ਦੋਸਤੋ, ਵੰਗਾਰ ਦੇ ਪਹਿਲੇ ਭਾਗ ਵਿੱਚ ਤੁਹਾਡਾ ਸਵਾਗਤ ਹੈ। ਸਿੱਧੀ ਚਰਚਾ ਦੀ ਥਾਂ ਪਹਿਲਾਂ ਕੁਝ ਮਹੱਤਵਪੂਰਨ ਤੱਥਾਂ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਸ਼ੁਰੂਆਤ ਲਈ ਗੁਰੂ ਰਾਮਦਾਸ ਦੀ ਨਗਰੀ ਅਤੇ ਮੀਰੀ ਪੀਰੀ ਦੇ ਸਥਾਨ ਤੋਂ ਵਧੀਆ ਕਿਹੜੀ ਥਾਂ ਹੋ ਸਕਦੀ ਹੈ? ਆਨੰਦ ਲਓ। ਕਿਰਪਾ ਕਰੋ ਪ੍ਰਭ ਮੇਰੇ, ਹਰਿ ਨਾਨਕ ਬਿਸਰਨਾ ਹਰਿ ਨਾਨਕ ਬਿਸਰਨਾ ਕਾਹੂੰ ਬੇਰੇ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰਿ ਨਾਨਕ ਬਿਸਰਨਾ ਲੋਕਾਂ ਦੀ ਸੋਚ ਦਿਸ਼ਾ ਨਿਰਧਾਰਨ ਕਰਨ ਦਾ ਕੰਮ ਬਹੁਤ ਹੱਦ ਤੱਕ ਧਰਮ ਕਰਦਾ ਹੈ। ਇਸ ਭਲੇਠੇ ਭਾਗ ਵਿੱਚ ਸਿੱਖ ਧਰਮ ਸੰਬੰਧਿਤ ਗੱਲ ਕਰਾਂਗੇ। ਪੰਜਾਬ ਵਿੱਚ ਹੋਰ ਵੀ ਬਹੁਤ ਕੁਝ ਹੈ ਜੋ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਥੇ ਬਣੇ ਹੋਏ ਡੇਰੇ ਵੀ ਪ੍ਰਮੁੱਖ ਹਨ। ਨੈਗੇਟਿਵ ਅਤੇ ਪੋਜ਼ਿਟਿਵ ਦੋਵੇਂ ਤਰ੍ਹਾਂ ਦੇ ਸਮਾਜ ਉੱਪਰ ਪ੍ਰਭਾਵਾਂ ਦੀ ਗੱਲ ਕਰਾਂਗੇ। ਹੁਣ ਸ਼ੁਰੂਆਤ ਸਿੱਖ ਧਰਮ ਨਾਲ ਕਰਦੇ ਹਾਂ। 10 ਗੁਰੂਆਂ ਨੇ ਸਾਡੇ ਸਮਾਜ ਅਤੇ ਧਾਰਮਿਕ ਖੇਤਰ ਵਿੱਚ ਆ ਚੁੱਕੀਆਂ ਬੁਰਾਈਆਂ ਅਤੇ ਕਮਜ਼ੋਰੀਆਂ ਤੋਂ ਉਭਾਰਨ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਸੀ। ਅੱਜ ਦੇ ਆਉਂਦੇ ਹੋਏ ਅੰਮ੍ਰਿਤਸਰ ਸਿੱਖੀ ਦੇ ਧੁਰੇ ਵਜੋਂ ਸਥਾਪਿਤ ਹੋ ਚੁੱਕਾ ਹੈ। ਅਕਾਲ ਤਖਤ ਨੂੰ ਸਿੱਖਾਂ ਲਈ ਸਰਵਉੱਚ ਤਾਕਤ ਦੀ ਮਾਨਤਾ ਦੇ ਦਿੱਤੀ ਗਈ ਹੈ। ਬਾਕੀ 4 ਤਖਤਾਂ ਦੇ ਮੁਕਾਬਲੇ ਧਰਮ ਦੇ ਕੇਂਦਰ ਗੁਰਦੁਆਰੇ ਅਤੇ ਉਹਨਾਂ ਦਾ ਪ੍ਰਬੰਧ ਸੇਵਾ ਸੰਭਾਲ ਵੀ ਅੰਮ੍ਰਿਤਸਰ ਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਹੈ। ਬਾਣੀ ਨੂੰ ਗੁਰੂ ਬਣਾ ਦਸ਼ਮੇਸ਼ ਪਿਤਾ ਨੇ ਪੋਥੀ ਪਰਮੇਸ਼ਵਰ ਕਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਵਿੱਖ ਲਈ ਸਦਾ ਜੁਗੋ ਜੁਗ ਅਟਲ ਬਣਾ ਗੁਰੂ ਦੀ ਉਪਾਧੀ ਦੇ ਦਿੱਤੀ। ਹੁਣ ਮਨੁੱਖੀ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਬਾਣੀ ਰੂਪ ਵਿੱਚ ਸਿੱਖਾਂ ਦੇ ਗੁਰੂ ਰਹਿਣਗੇ। ਇੰਜ ਲੋਕ 10 ਗੁਰੂਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਸਿੱਖਾਂ ਲਈ ਸਭ ਤੋਂ ਵੱਡਾ ਤੀਰਥ ਹੋ ਗਿਆ। ਮੀਰੀ ਪੀਰੀ ਤੇ ਚੱਲਣ ਵਾਲਿਆਂ ਲਈ ਅਕਾਲ ਤਖਤ ਵੀ ਸਭ ਤੋਂ ਵੱਡਾ ਦੁਨਿਆਵੀ ਸ਼ਕਤੀ ਦਾ ਕੇਂਦਰ ਹੋ ਗਿਆ। ਪਹਿਲਾਂ ਜੇ ਪੋਜ਼ਿਟਿਵਿਟੀ ਦੀ ਗੱਲ ਕਰੀਏ ਤਾਂ ਬਹੁਤ ਕੁਝ ਆਸਾਨ ਹੋ ਗਿਆ। ਇੱਥੋਂ ਦੀ ਮਰਿਆਦਾ ਅਕਾਲ ਤਖਤ ਦੇ ਹੁਕਮਨਾਮੇ ਪੂਰੇ ਸਮਾਜ ਲਈ ਹਨ, ਖਾਸ ਕਰ ਪੂਰੇ ਸਿੱਖ ਸਮਾਜ ਲਈ। ਧਰਮ ਦੇ ਮਸਲਿਆਂ ਤੇ ਕਿਸੇ ਸ਼ਸ਼ੋਪੰਜ ਵਿੱਚ ਨਹੀਂ ਰਹਿਣ ਦਿੰਦੇ ਉਹ ਸਿੱਖਾਂ ਨੂੰ। ਸਭ ਕੁਝ ਸਪਸ਼ਟ ਹੈ ਮਨਮਤ ਨੂੰ ਠੋਕਰ ਮਾਰਨ ਲਈ। ਪੰਜਾਬ ਦੇ ਵੱਖ-ਵੱਖ ਹਿੱਸਿਆਂ, ਪੰਜਾਬ ਕੀ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ ਲਈ ਅੰਮ੍ਰਿਤਸਰ ਸਿੱਖੀ ਦਾ ਧੁਰਾ ਹੈ। ਸਿੱਖਾਂ ਨੂੰ ਸੰਗਤ ਦੇ ਕਨਸੈਪਟ ਰਾਹੀਂ ਸਮਾਜਿਕ ਅਤੇ ਵਿਚਾਰਧਾਰਕ ਤੌਰ 'ਤੇ
ਜੋਰੀ ਰੱਖਦਾ ਹੈ। ਅੱਜ ਵੀ ਸਿੱਖ ਬਹੁਤ ਹੱਦ ਤੱਕ ਸਿੱਖੀ ਅਤੇ ਕੌਮ ਦੇ ਤੌਰ ਤੇ ਇਸੇ ਬਦੌਲਤ ਜੁੜੇ ਹੋਏ ਹਨ। ਹੁਣ ਜੇ ਨੈਗੇਟਿਵਿਟੀ ਦੀ ਗੱਲ ਕਰੀਏ ਤਾਂ ਇਸ ਧੁਰੇ ਮਤਲਬ ਸਿਸਟਮ ਤੇ ਕਾਬਜ ਹੋ ਰਾਜਨੀਤਿਕ ਹਿੱਤਾਂ ਖਾਤਰ ਸਿੱਖ ਅਤੇ ਸਿੱਖੀ ਇਸਤੇਮਾਲ ਕਰ ਲਈ ਜਾਂਦੀ ਹੈ। ਕੌਮ ਦੀਆਂ ਭਾਵਨਾਵਾਂ ਭੜਕਾ ਆਪਣੇ ਹਿੱਤ ਪੂਰੇ ਕਰ ਲਏ ਜਾਂਦੇ ਹਨ। ਕੌਮ ਖਤਰੇ ਵਿੱਚ ਹੈ। ਅਕਸਰ ਪਹਿਲੇ ਤੁਸੀਂ ਸੁਣਦੇ ਹੀ ਰਹੇ ਹੋਣੇ, ਮਾਣਮੱਤੇ ਇਤਿਹਾਸ ਵਿੱਚ ਹੁਣ ਕੁਝ ਕਾਲੇ ਅਧਿਆਏ ਵੀ ਜੁੜ ਚੁੱਕੇ ਹਨ। ਅੰਗਰੇਜ਼ੀ ਹਕੂਮਤ ਨੇ ਜਿੱਥੇ ਹਿੰਦੂਆਂ ਨੂੰ ਵਿਦੇਸ਼ੀ ਕਾਸਟ ਸਿਸਟਮ ਵਾਂਗ ਵੰਡ, ਨਫ਼ਰਤ ਵਧਾ ਵੰਡ ਕਮਜ਼ੋਰ ਕਰ ਦਿੱਤਾ, ਉੱਥੇ ਹੀ ਸਿੱਖਾਂ ਨੂੰ ਕੰਟਰੋਲ ਕਰਨ ਲਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣਾ ਇੱਕ ਕੇਂਦਰ ਬਣਾ ਇਕੱਠਾ ਕਰ ਲਿਆ ਗਿਆ। ਕੁਝ ਸਿੱਧੇ ਹੋਣ ਵਾਲੇ ਫਾਇਦੇ ਹਾਂ ਪੱਖੀ ਬਣਾਉਂਦੇ ਸਨ, ਪਰ ਨਾਲ ਹੀ ਇੰਜ ਕਰਨ ਨਾਲ ਸੋਚ ਵਿਸ਼ਾਲਤਾ ਦੀ ਥਾਂ ਸੰਕੀਰਨਤਾ ਵੱਲ ਆ ਗਈ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਬਹੁਤ ਕੁਝ ਸਿੱਖੀ ਅਤੇ ਸਿੱਖ ਸਮਾਜ ਦਾ ਹਿੱਸਾ ਸੀ। ਹੁਣ ਉਸ ਵਿੱਚੋਂ ਬਹੁਤ ਕੁਝ ਦੁਤਕਾਰਿਆ ਵੀ ਗਿਆ। ਪਹਿਲਾ ਸਵੀਕਾਰਨ ਵਾਲਾ ਚਸ਼ਮਾ ਗੁਰੂ ਨਾਨਕ ਦਾ ਸੀ, ਜੋ ਰਵਿਦਾਸ, ਕਬੀਰ, ਰਾਮਾਨੰਦ ਅਤੇ ਨਾਮਦੇਵ ਜੀ ਵਰਗਿਆਂ ਨੂੰ ਵੀ ਥਾਂ ਦਿੰਦਾ ਸੀ। ਪਰ ਹੁਣ ਉਸ ਦੀ ਥਾਂ ਅੰਗਰੇਜ਼ ਮਕਾਲਫ ਦਾ ਇੱਕ ਪੈਗੰਬਰਵਾਦ ਤੋਂ ਪ੍ਰਭਾਵਿਤ ਚਸ਼ਮਾ ਸੀ, ਜਿਨੇ ਨਿਰਮਲੇ, ਸ਼੍ਰੀ ਚੰਦੀਏ ਅਤੇ ਹੋਰ ਕਈ ਪੁਰਾਤਨ ਪਰੰਪਰਾਵਾਂ ਸਾਂਭੀ ਬੈਠਿਆਂ ਨੂੰ ਸਿੱਖਾਂ ਦੀ ਅੱਜ ਦੀ ਮੁੱਖ ਧਾਰਾ ਤੋਂ ਅੱਡ ਕਰ ਦਿੱਤਾ। ਇੱਕ ਓਂਕਾਰ ਤਾਂ ਠੀਕ ਸੀ, ਪਰ ਇੱਕ ਪੈਗੰਬਰਵਾਦ ਦੇ ਚਸ਼ਮੇ ਨੇ ਕਈ ਟਕਰਾਵ ਵੀ ਪੈਦਾ ਕਰ ਦਿੱਤੇ। ਸਾਡੇ ਇੱਕ ਨਹੀਂ ਸਗੋਂ 10 ਮਨੁੱਖੀ ਦੇਹਧਾਰੀ ਗੁਰੂ ਹੋਏ ਸਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਰਬੰਸਦਾਨੀ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ। ਇਹ ਵਿਦੇਸ਼ੀ ਇੱਕ ਵਿਅਕਤੀ ਤੋਂ ਸ਼ੁਰੂ ਅਤੇ ਉਸ ਤੇ ਹੀ ਖਤਮ ਹੋਣ ਵਾਲੇ ਧਰਮਾਂ ਤੋਂ ਬਹੁਤ ਅੱਡ ਸੀ। ਪਰ ਹੁਣ ਸਿੱਖੀ ਵਿੱਚ ਸਵੀਕਾਰਨ ਦੀ ਥਾਂ ਦੁਤਕਾਰਨ ਤੇ ਜ਼ੋਰ ਹੋ ਗਿਆ ਸੀ। ਮਨੌਤਾਂ ਦਾ ਥੋੜ੍ਹਾ ਬਹੁਤ ਫਰਕ ਵੀ ਹਿੰਸਕ ਟਕਰਾਵ ਵਿੱਚ ਬਦਲਦਾ ਰਿਹਾ। ਛੇਵੇਂ ਪਾਤਸ਼ਾਹ ਹੋਣ ਜਾਂ ਦਸ਼ਮੇਸ਼ ਪਿਤਾ ਜਾਂ ਲਗਭਗ ਸਾਰੇ ਹੀ ਗੁਰੂ, ਸਭਨਾਂ ਨੇ ਸਥਾਨ ਜਾਂ ਇਮਾਰਤਾਂ ਦੀ ਥਾਂ ਸੋਚ ਅਤੇ ਸੱਚ ਨੂੰ ਤਰਜੀਹ ਦਿੱਤੀ। ਬਾਹਰੀ ਬਾਣੇ ਨਾਲੋਂ ਸਿੱਖੀ ਜ਼ਿਆਦਾ ਮਾਇਨੇ ਰੱਖਦੀ ਸੀ, ਪਰ ਹੁਣ ਤਾਂ ਇਮਾਰਤਾਂ ਸਿੱਖੀ ਦਾ ਕੇਂਦਰ ਹੋ ਗਈਆਂ ਨੇ। ਜਦ ਕਿ ਗੁਰੂ ਸਹਿਜ ਹੀ ਇੱਕ ਥਾਂ ਤੋਂ ਦੂਜੀ ਥਾਂ ਸਿੱਖੀ ਲੈ ਚਲੇ ਜਾਂਦੇ, ਉਦੋਂ ਕੋਈ ਸਿੱਖੀ ਅਪਮਾਨਿਤ ਨਹੀਂ ਕਰ ਸਕਦਾ ਸੀ, ਕਿਉਂਕਿ ਸਿੱਖੀ ਤਾਂ ਜੀਵੀ ਜਾਂਦੀ ਸੀ ਉਸ ਵੇਲੇ। ਪਰ ਹੁਣ ਇਮਾਰਤਾਂ, ਬਾਣਾ, ਬਾਣੀ, ਕਿਹਦਾ ਅਪਮਾਨ ਨਹੀਂ ਹੋਇਆ। ਬਾਣੀ ਤਾਂ ਸੜਕਾਂ ਤੇ ਰੋਲਣ ਦਾ ਚਲਨ ਹੋ ਗਿਆ ਹੈ, ਵੋਟਾਂ ਲਈ ਇੱਕ ਦੂਜੇ ਦੀ ਹਕੂਮਤ ਨੂੰ ਬਦਨਾਮ ਕਰਨ ਲਈ। ਲੜਨ ਲੱਗੇ ਜੇ ਛਿੱਤਰ ਮਾਰ ਲਈਏ ਤਾਂ ਸੂਰਮੇ, ਜੇ ਪੈ ਗਏ ਤਾਂ ਬਾਣੇ ਦਾ ਅਪਮਾਨ, ਜ਼ੁਲਮ, ਝੱਟ ਹੀ ਵਿਚਾਰੇ ਬਣ ਜਾਂਦੇ ਹਾਂ।
ਗੁਰੂ ਘਰ ਦੀ ਇਮਾਰਤ ਪਵਿੱਤਰ ਸਥਾਨ ਜਦੋਂ ਕਿਲੇ ਵਜੋਂ ਵਰਤੀ ਗਈ ਤਾਂ ਫੇਰ ਕਿਲੇ ਤਾਂ ਜਿੱਤੇ ਹਾਰੇ ਜਾਂਦੇ ਨੇ, ਹਥਿਆਰਾਂ ਨਾਲ ਹੋਇਆ ਟਕਰਾਅ, ਕੌਣ ਜ਼ਿੰਮੇਵਾਰ? ਸਿੱਖਾਂ ਦਾ ਨੇਕ ਅਤੇ ਪਵਿੱਤਰ ਉੱਚ ਜੀਵਨ ਸਿੱਖਾਂ ਦਾ ਮਾਣ ਵਧਾਉਂਦਾ ਹੈ ਪੂਰੇ ਸਮਾਜ ਵਿੱਚ, ਇੱਥੇ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ। ਪਰ ਉਸੀ ਬਾਣੇ ਵਿੱਚ ਕੀਤੀ ਜਾਂਦੀ ਗੁੰਡਾਗਰਦੀ, ਬੇਮਤਲਬ ਦੀ ਹਿੰਸਾ ਅਤੇ ਗੁਰੂ ਘਰ ਦੀਆਂ ਇਮਾਰਤਾਂ ਵਿੱਚ ਰਹਿੰਦੇ ਸੇਵਾਦਾਰਾਂ ਵੱਲੋਂ ਚੋਰੀ ਛਿਪੇ ਕੀਤੇ ਜਾਂਦੇ ਕੁਕਰਮ ਜੋ ਕਈ ਵਾਰ ਉਜਾਗਰ ਹੋ ਹੀ ਜਾਂਦੇ ਨੇ, ਕੀ ਕਿਹਾ ਜਾਵੇ। ਇਹਨਾਂ ਗੱਲਾਂ ਦੀ ਜਸਟੀਫਿਕੇਸ਼ਨ ਦਿੰਦਿਆਂ ਵੀ ਸ਼ਰਮ ਆਉਂਦੀ ਹੈ। ਗੱਲਾਂ ਹੋਰ ਵੀ ਹਨ। ਸਿੱਖਾਂ ਸਹਿਜਧਾਰੀਆਂ ਦਾ ਬੜੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਧਰਤੀ ਤੋਂ ਆਏ ਧਰਮ ਨੂੰ ਸਵੀਕਾਰਨਾ ਅਤੇ ਇੱਥੋਂ ਦਾ ਠੁਕਰਾਉਣਾ ਕੀ ਚਿੰਤਾ ਦਾ ਵਿਸ਼ਾ ਨਹੀਂ? ਸੋਚੋ, ਚਰਚਾ ਤਾਂ ਕਰਾਂਗੇ ਅੱਗੇ। 10 ਗੁਰੂਆਂ ਦੀ ਸਿੱਖੀ ਨੂੰ ਨਮਸਕਾਰ ਕਰਦੇ ਹੋਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਅਤੇ ਨਾਨਕ ਉੱਤਮ ਨੀਚ ਨਾ ਕੋਈ ਨੂੰ ਚਿੱਤ ਵਿੱਚ ਰੱਖ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਤੋਂ ਸਫ਼ਰ ਸ਼ੁਰੂ ਕਰ ਦਿੱਤਾ ਹੈ। ਹੁਣ ਸ਼ਮਸ਼ਾਨ ਵਰਗੀ ਚੁੱਪ ਨੂੰ ਤੋੜਨ ਅਤੇ ਸਾਡੇ ਸਿਰਾਂ ਤੇ ਬੈਠੇ ਹਾਕਮਾਂ ਨੂੰ ਵੰਗਾਰਨ ਲਈ ਇਹ ਇੱਕ ਉਪਰਾਲਾ ਹੈ। ਲੋਕਾਂ ਦੇ ਵਿਚਾਰ ਅਤੇ ਉਹਨਾਂ ਨਾਲ ਚਰਚਾ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਡੇਰਿਆਂ ਦਾ ਵੀ ਜ਼ਿਕਰ ਕਰਾਂਗੇ। ਇਸੇ ਕੜੀ ਵਿੱਚ ਅਗਲੇ ਭਾਗ ਵਿੱਚ ਪੰਜਾਬ ਦੇ ਇੱਕ ਮਸ਼ਹੂਰ ਅਤੇ ਵੱਡੇ ਡੇਰੇ ਬੱਲਾ ਨਜ਼ਦੀਕ ਜਲੰਧਰ ਦਾ ਰੁੱਖ ਕਰਾਂਗੇ। ਜਾ ਤਿਸ ਪਾਵੇ ਤਾਂ ਹੁਕਮ ਮਨਾ